Hi guys, welcome back to my channel. Today we talk about political culture. ਰਾਜਨੀਤਿਕ ਸੱਭਿਆਚਾਰ ਦੀ ਪਰਿਭਾਸ਼ਾ ਦਿਓ, ਇਸ ਦੀਆਂ ਵੱਖ-ਵੱਖ ਕਿਸਮਾਂ ਦੀ ਚਰਚਾ ਕਰੋ। ਰਾਜਨੀਤਿਕ ਸੱਭਿਆਚਾਰ ਰਾਜਨੀਤੀ ਪ੍ਰਤੀ ਲੋਕਾਂ ਦੇ ਵਿਸ਼ਵਾਸ, ਕਦਰਾਂ ਕੀਮਤਾਂ, ਦ੍ਰਿਸ਼ਟੀਕੋਣ, ਲਗਨ, ਮਨੋਭਾਵਨਾਵਾਂ ਆਦਿ ਦੇ ਸਮੂਹ ਨੂੰ ਰਾਜਨੀਤਿਕ ਸੱਭਿਆਚਾਰ ਆਖਿਆ ਜਾਂਦਾ ਹੈ। ਬੀਅਰ ਅਤੇ ਉਲਮਾ ਅਨੁਸਾਰ ਸਮਾਜ ਦੇ ਆਮ ਸੱਭਿਆਚਾਰ ਦੇ ਵਿਸ਼ੇਸ਼ ਪੱਖ ਇਸ ਗੱਲ ਨਾਲ ਸੰਬੰਧਿਤ ਹੁੰਦੇ ਹਨ ਕਿ ਸਰਕਾਰ ਕਿਵੇਂ ਚਲਾਈ ਜਾਣੀ ਚਾਹੀਦੀ ਹੈ ਅਤੇ ਇਸ ਨੂੰ ਕੀ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਸੱਭਿਆਚਾਰ ਦੇ ਇਸ ਹਿੱਸੇ ਨੂੰ ਅਸੀਂ ਰਾਜਨੀਤਿਕ ਸੱਭਿਆਚਾਰ ਕਹਿ ਸਕਦੇ ਹਾਂ। ਰਾਜਨੀਤਿਕ ਸੱਭਿਆਚਾਰ ਦੀਆਂ ਮਹੱਤਵਪੂਰਨ ਪਰਿਭਾਸ਼ਾਵਾਂ ਹੇਠ ਲਿਖੀਆਂ ਹਨ। ਆਲਮੰਡ ਅਤੇ ਪੌਲ ਅਨੁਸਾਰ ਰਾਜਨੀਤਿਕ ਸੱਭਿਆਚਾਰ ਰਾਜਨੀਤਿਕ ਪ੍ਰਣਾਲੀ ਦੇ ਮੈਂਬਰਾਂ ਅੰਦਰ ਰਾਜਨੀਤੀ ਪ੍ਰਤੀ ਵਿਅਕਤੀਗਤ ਵਿਵਹਾਰ ਅਤੇ ਅਨੁਕੂਲਤਾਵਾਂ ਦਾ ਨਮੂਨਾ ਹੈ। ਸੈਮੂਅਲ ਬੀਅਰ ਅਨੁਸਾਰ ਰਾਜਨੀਤਿਕ ਸੱਭਿਆਚਾਰ ਦੇ ਤੱਤ ਉਹ ਕੀਮਤਾਂ, ਵਿਸ਼ਵਾਸਾਂ ਅਤੇ ਭਾਵੁਕ ਮਨੋਬਿਰਤੀਆਂ ਹਨ ਕਿ ਸਰਕਾਰ ਕਿਸ ਢੰਗ ਨਾਲ ਚਲਾਉਣੀ ਚਾਹੀਦੀ ਹੈ ਅਤੇ ਇਸ ਨੂੰ ਕੀ ਕਰਨਾ ਚਾਹੀਦਾ ਹੈ। S.E. ਫਾਈਟਨਰ ਅਨੁਸਾਰ ਰਾਸ਼ਟਰ ਦਾ ਰਾਜਨੀਤਿਕ ਸੱਭਿਆਚਾਰ ਮੁੱਖ ਰੂਪ ਵਿੱਚ ਸ਼ਾਸਕਾਂ ਅਤੇ ਰਾਜਨੀਤਿਕ ਸੰਸਥਾਵਾਂ ਅਤੇ ਉਹਨਾਂ ਦੀ ਕਾਰਜਵਿਧੀ ਦੀ ਉਚਿਤਤਾ ਨਾਲ ਸੰਬੰਧਿਤ ਹੁੰਦਾ ਹੈ। ਰਾਜਨੀਤਿਕ ਸੱਭਿਆਚਾਰ ਦੀਆਂ ਵਿਸ਼ੇਸ਼ਤਾਵਾਂ ਰਾਜਨੀਤਿਕ ਸੱਭਿਆਚਾਰ ਇੱਕ ਸਰਵ ਵਿਆਪਕ ਧਾਰਨਾ ਹੈ। ਅਸੀਂ ਪਿੱਛੇ ਪੜ੍ਹਿਆ ਹੈ ਕਿ ਰਾਜਨੀਤੀ ਪ੍ਰਤੀ ਲੋਕਾਂ ਦੀਆਂ ਕਦਰਾਂ ਕੀਮਤਾਂ, ਵਿਸ਼ਵਾਸਾਂ ਆਦਿ ਦੇ ਸਮੂਹ ਨੂੰ ਰਾਜਨੀਤਿਕ ਸੱਭਿਆਚਾਰ ਕਿਹਾ ਜਾਂਦਾ ਸੀ। ਸੋ ਹਰ ਰਾਜਨੀਤਿਕ ਪ੍ਰਣਾਲੀ ਦਾ ਇੱਕ ਵਿਸ਼ੇਸ਼ ਰਾਜਨੀਤਿਕ ਸੱਭਿਆਚਾਰ ਹੁੰਦਾ ਹੈ। ਰਾਜਨੀਤਿਕ ਸੱਭਿਆਚਾਰ ਇੱਕ ਵਿਆਪਕ ਧਾਰਨਾ ਹੈ। ਰਾਜਨੀਤਿਕ ਸੱਭਿਆਚਾਰ ਇੱਕ ਵਿਆਪਕ ਧਾਰਨਾ ਹੈ ਜਿਹੜੀ ਕਿ ਰਾਜਨੀਤਿਕ ਪ੍ਰਣਾਲੀ ਦੇ ਪ੍ਰਤੀ ਲੋਕਾਂ ਦੀਆਂ ਰੁਚੀਆਂ, ਵਿਸ਼ਵਾਸਾਂ, ਭਾਵਨਾਵਾਂ ਅਤੇ ਕੀਮਤਾਂ ਆਦਿ ਨਾਲ ਬਣਦੀ ਹੈ। ਜਿਵੇਂ ਕਿਸੇ ਦੇਸ਼ ਦੇ ਆਮ ਸੱਭਿਆਚਾਰ ਵਿੱਚ ਲੋਕਾਂ ਦੇ ਰਹਿਣ ਸਹਿਣ ਅਤੇ ਖਾਣ ਪੀਣ ਦੇ ਤਰੀਕੇ, ਪਹਿਰਾਵਾ, ਰੀਤੀ ਰਿਵਾਜ, ਵਿਸ਼ਵਾਸ, ਉਹਨਾਂ ਦੀਆਂ ਮਾਨਤਾਵਾਂ ਆਦਿ ਸ਼ਾਮਲ ਹੁੰਦੀਆਂ ਹਨ। ਹਰ ਰਾਜਨੀਤਿਕ ਪ੍ਰਣਾਲੀ ਦਾ ਵੱਖਰਾ ਰਾਜਨੀਤਿਕ ਸੱਭਿਆਚਾਰ ਹੁੰਦਾ ਹੈ। ਹਰ ਮਹਾਂਦੀਪ ਅਤੇ ਇੱਥੋਂ ਤੱਕ ਕਿ ਹਰ ਰਾਜ ਦਾ ਆਪਣਾ ਵੱਖਰਾ ਰਾਜਨੀਤਿਕ ਸੱਭਿਆਚਾਰ ਹੁੰਦਾ ਹੈ। ਉਦਾਰਵਾਦੀ ਲੋਕਤੰਤਰੀ ਰਾਜਨੀਤਿਕ ਪ੍ਰਣਾਲੀਆਂ ਦਾ ਰਾਜਨੀਤਿਕ ਸੱਭਿਆਚਾਰ ਵੱਖਰੀ ਕਿਸਮ ਦਾ ਹੁੰਦਾ ਹੈ, ਜਦਕਿ ਸਰਵ ਸੱਤਾਵਾਦੀ ਰਾਜਨੀਤਿਕ ਪ੍ਰਣਾਲੀਆਂ ਦਾ ਰਾਜਨੀਤਿਕ ਸੱਭਿਆਚਾਰ ਵੱਖਰੀ ਕਿਸਮ ਦਾ ਹੁੰਦਾ ਹੈ। ਇਸੇ ਤਰ੍ਹਾਂ ਹੀ ਵਿਕਸਿਤ ਦੇਸ਼ਾਂ ਦਾ ਰਾਜਨੀਤਿਕ ਸੱਭਿਆਚਾਰ ਵਿਕਾਸਸ਼ੀਲ ਦੇਸ਼ਾਂ ਦੇ ਰਾਜਨੀਤਿਕ ਸੱਭਿਆਚਾਰ ਤੋਂ ਭਿੰਨ ਹੁੰਦਾ ਹੈ। ਰਾਜਨੀਤਿਕ ਸੱਭਿਆਚਾਰ ਆਮ ਸੱਭਿਆਚਾਰ ਦਾ ਇੱਕ ਭਾਗ ਹੁੰਦਾ ਹੈ। ਹਰ ਦੇਸ਼ ਦਾ ਭਿੰਨ-ਭਿੰਨ ਆਮ ਸੱਭਿਆਚਾਰ ਹੁੰਦਾ ਹੈ ਅਤੇ ਰਾਜਨੀਤਿਕ ਸੱਭਿਆਚਾਰ ਉਸ ਆਮ ਸੱਭਿਆਚਾਰ ਦਾ ਇੱਕ ਭਾਗ ਹੁੰਦਾ ਹੈ। ਇਸ ਨੂੰ ਅਸੀਂ ਆਮ ਸੱਭਿਆਚਾਰ ਜਾਂ ਉਪ ਸੱਭਿਆਚਾਰ ਵੀ ਕਹਿ ਸਕਦੇ ਹਾਂ। ਆਮ ਸੱਭਿਆਚਾਰ ਵਿੱਚ ਮਨੁੱਖ ਦੇ ਸਮੁੱਚੇ ਵਿਸ਼ਵਾਸ, ਕਦਰਾਂ ਕੀਮਤਾਂ, ਰੀਤੀ ਰਿਵਾਜ ਆਦਿ ਸ਼ਾਮਲ ਹੁੰਦੇ ਹਨ। ਰਾਜਨੀਤਿਕ ਸੱਭਿਆਚਾਰ ਰਾਜਨੀਤਿਕ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ। ਰਾਜਨੀਤਿਕ ਪ੍ਰਣਾਲੀ ਦੀ ਕਾਰਜਸ਼ੀਲਤਾ ਉੱਪਰ ਉੱਥੋਂ ਦੇ ਰਾਜਨੀਤਿਕ ਸੱਭਿਆਚਾਰ ਦਾ ਪ੍ਰਭਾਵ ਸੁਭਾਵਿਕ ਹੁੰਦਾ ਹੈ। ਉਦਾਹਰਣ ਵਜੋਂ ਜੇਕਰ ਆਮ ਜਨਤਾ ਵਿੱਚ ਰਾਜਨੀਤਿਕ ਸੂਝ-ਬੂਝ ਦੀ ਕਮੀ ਹੈ ਤਾਂ ਲੋਕਤੰਤਰੀ ਸਰਕਾਰ ਦੀ ਸਫਲਤਾ ਵਿੱਚ ਸ਼ੰਕਾ ਉਤਪੰਨ ਹੋ ਸਕਦੀ ਹੈ। ਰਾਜਨੀਤਿਕ ਸੱਭਿਆਚਾਰ ਦੇ ਉਪ ਸੱਭਿਆਚਾਰ ਹੁੰਦੇ ਹਨ। ਹਰ ਰਾਜਨੀਤਿਕ ਸੱਭਿਆਚਾਰ ਦੇ ਅਨੇਕਾਂ ਉਪ ਸੱਭਿਆਚਾਰ ਹੁੰਦੇ ਹਨ। ਉਦਾਹਰਣ ਵਜੋਂ ਹਰ ਰਾਜਨੀਤਿਕ ਪ੍ਰਣਾਲੀ ਵਿੱਚ ਸ਼ਾਸਕ ਵਰਗ ਅਤੇ ਸ਼ਾਸਿਤ ਵਰਗ ਪਾਇਆ ਜਾਂਦਾ ਹੈ। ਸ਼ਾਸਕ ਵਰਗ ਨੂੰ ਵਿਸ਼ਿਸ਼ਟ ਵਰਗ ਵੀ ਕਿਹਾ ਜਾਂਦਾ ਹੈ ਅਤੇ ਇਸ ਵਰਗ ਦਾ ਰਾਜਨੀਤਿਕ ਸੱਭਿਆਚਾਰ ਸ਼ਾਸਿਤ ਵਰਗ ਦੇ ਸੱਭਿਆਚਾਰ ਤੋਂ ਭਿੰਨ ਹੁੰਦਾ ਹੈ। ਰਾਜਨੀਤਿਕ ਸੱਭਿਆਚਾਰ ਦੀ ਧਾਰਨਾ ਅੰਤਰਮੁਖੀ ਹੁੰਦੀ ਹੈ। ਰਾਜਨੀਤਿਕ ਸੱਭਿਆਚਾਰ ਦੀ ਧਾਰਨਾ ਮੂਲ ਰੂਪ ਵਿੱਚ ਅੰਤਰੀਵ ਸਰੂਪ ਦੀ ਹੁੰਦੀ ਹੈ। ਵਿਅਕਤੀ ਦੇ ਰਾਜਨੀਤਿਕ ਵਿਸ਼ਵਾਸ, ਰਾਜਨੀਤਿਕ ਕਦਰਾਂ ਕੀਮਤਾਂ, ਰਾਜਨੀਤਿਕ ਭਾਵਨਾ, ਰਾਜਨੀਤਿਕ ਪ੍ਰਣਾਲੀਆਂ ਪ੍ਰਤੀ ਉਹਨਾਂ ਦੇ ਦ੍ਰਿਸ਼ਟੀਕੋਣ ਦਾ ਨਿਰਮਾਣ ਕਰਦੇ ਹਨ। ਰਾਜਨੀਤਿਕ ਸੱਭਿਆਚਾਰ ਸੰਵਿਧਾਨਿਕ ਢਾਂਚੇ ਤੋਂ ਵਿਸਤ੍ਰਿਤ ਹੁੰਦਾ ਹੈ। ਸੰਵਿਧਾਨਿਕ ਢਾਂਚੇ ਵਿੱਚ ਅਸੀਂ ਕੇਵਲ ਰਸਮੀ ਸੰਸਥਾਵਾਂ ਹੀ ਸ਼ਾਮਿਲ ਕਰਦੇ ਹਾਂ, ਜਦਕਿ ਰਾਜਨੀਤਿਕ ਸੱਭਿਆਚਾਰ ਵਿੱਚ ਅਸੀਂ ਰਸਮੀ ਅਤੇ ਗੈਰ ਰਸਮੀ ਦੋਵੇਂ ਪ੍ਰਕਾਰ ਦੇ ਪ੍ਰਭਾਵਾਂ ਨੂੰ ਸ਼ਾਮਿਲ ਕਰਦੇ ਹਾਂ। ਰਾਜਨੀਤਿਕ ਸੱਭਿਆਚਾਰ ਗਤੀਸ਼ੀਲ ਹੁੰਦਾ ਹੈ। ਰਾਜਨੀਤਿਕ ਸੱਭਿਆਚਾਰ ਇੱਕ ਗਤੀਸ਼ੀਲ ਧਾਰਨਾ ਹੈ ਅਤੇ ਇਸ ਵਿੱਚ ਸਮੇਂ ਦੇ ਨਾਲ-ਨਾਲ ਪਰਿਵਰਤਨ ਹੁੰਦੇ ਰਹਿੰਦੇ ਹਨ। ਜਦੋਂ ਕਿਸੇ ਦੇਸ਼ ਵਿੱਚ ਸਮਾਜਿਕ, ਆਰਥਿਕ ਅਤੇ ਬੌਧਿਕ ਵਿਕਾਸ ਹੁੰਦਾ ਹੈ ਤਾਂ ਇਸ ਦਾ ਲੋਕਾਂ ਦੀਆਂ ਰਾਜਨੀਤਿਕ ਕਦਰਾਂ ਕੀਮਤਾਂ ਅਤੇ ਵਿਸ਼ਵਾਸਾਂ ਆਦਿ ਦੇ ਪ੍ਰਭਾਵ ਪੈਣਾ ਸੁਭਾਵਿਕ ਹੀ ਹੁੰਦਾ ਹੈ। ਉਦਾਹਰਣ ਵਜੋਂ ਭਾਰਤ ਵਿੱਚ ਵਿੱਦਿਆ ਦੇ ਪ੍ਰਸਾਰ ਦੇ ਨਾਲ-ਨਾਲ ਲੋਕਾਂ ਦੀ ਰਾਜਨੀਤਿਕ ਸੂਝ-ਬੂਝ ਵਿੱਚ ਵੀ ਵਾਧਾ ਹੋਇਆ ਹੈ।